Okay, good morning, students. So the next topic is spectrochemical series. Basically, spectrochemical series की हैगी. It is a list of ligands attached to the metal ion arranged in order of their field strength. Means ਜਿਹੜੀ spectrochemical series है, basically it is list of ligands attached to metal ion arranged in order of their field strength. Means ਜਿਹੜੇ ਵੀ ligands metal ion ਦੇ ਨਾਲ ਅਟੈਚ ਹੁੰਦੇ, ਜਿਵੇਂ octahedral complexes ਦੇ ਵਿੱਚ ਹੋਣਗੇ, tetrahedral, square planar, ਜਿੰਨੀਆਂ ਵੀ geometries ਦੇ ਵਿੱਚ ਜਿਹੜੇ ਵੀ ligands ਅਟੈਚ ਹੁੰਦੇ ਨੇ, they are according to their field strength. ਸੋ ਇਸ ਕਰਕੇ ਇਹਨਾਂ ਦੀ ਵੀਕ ਅਤੇ ਸਟਰੋਂਗ ਫੀਲਡ ਸਟਰੈਂਥ ਦੇ ਅਕੋਰਡਿੰਗ ਉਹਨਾਂ ਨੂੰ ਆਰਡਰਸ ਦੇ ਵਿੱਚ ਅਸੀਂ ਅਰੇਂਜ ਕਰਕੇ ਰੱਖਦੇ ਹਾਂ. ਸੋ ਦੈਟ ਸੀਰੀਜ਼ ਇਜ਼ ਨੋਨ ਐਜ਼ ਦਾ ਸਪੈਕਟ੍ਰੋਕੈਮੀਕਲ ਸੀਰੀਜ਼. ਸੋ ਦਿਸ ਇਜ਼ ਦਾ ਸੀਰੀਜ਼ ਆਫ ligands attached to the metal ion according to their field strength. ਸੋ ਇੱਥੋਂ ਲੈ ਕੇ ਇਸ ਆਕਸੀਜਨ ਤੋਂ ਲੈ ਕੇ ਇਸ ਕਾਰਬਨ ਮੋਨੋਆਕਸਾਈਡ ਤੱਕ ਜਿਹੜੇ ਵੀ ligands ਨੇ, ਇਸ ਸਾਈਡ ਨੂੰ ਜਿਹੜੀ ਸਟਰੈਂਥ ਹੈਗੀ ਇਟ ਵਿਲ ਇਨਕਰੀਜ਼. ਜਿੰਨੇ ਵੀ ਜਿਹੜਾ ਇੱਥੋਂ ਸਟਾਰਟ ਹੋ ਰਿਹਾ ਹੈ ਇਹਦੀ ਵੀਕ ਸਟਰੈਂਥ ਹੈਗੀ ਔਰ ਲਾਸਟ ਵਨ ਦੇ ਵਿੱਚ ਸਟਰੋਂਗ ਸਟਰੈਂਥ ਹੈਗੀ. ਸੋ ਇਸ ਸਾਈਡ ਤੋਂ ਜਦੋਂ ਆਪਾਂ ਰਾਈਟ ਹੈਂਡ ਸਾਈਡ ਨੂੰ ਮੂਵ ਕਰਦੇ ਹਾਂ ਦੈਨ ਸਟਰੈਂਥ ਜਿਹੜੀ ਹੈਗੀ ਉਹ ਇਨਕਰੀਜ਼ ਹੁੰਦੀ ਹੈ. ਅਗਰ ਅਸੀਂ ਸਟਰੋਂਗ ਤੋਂ ਲੈ ਕੇ ਇਸ ਲੈਫਟ ਹੈਂਡ ਸਾਈਡ ਨੂੰ ਮੂਵ ਕਰਦੇ ਹਾਂ ਦੈਨ ਸਟਰੈਂਥ ਜਿਹੜੀ ਹੈਗੀ ਉਹ ਡਿਕਰੀਜ਼ ਹੁੰਦੀ ਹੈ. ਸੋ ਦਿਸ ਇਜ਼ ਬੇਸਿਕਲੀ ਦਾ ਸੀਰੀਜ਼ ਫੋਰ ਦਾ spectrochemical series in which ligand attached to the metal ion. So ਜਿਹੜੀ ਅਸੀਂ ਗੱਲ ਕਰਦੇ ਹਾਂ ਸਪਲਿਟਿੰਗਸ ਦੀ, ਬੇਸਿਕਲ ਜਿਹੜੀ ਸਪਲਿਟਿੰਗ ਹੈਗੀ, ਸਪਲਿਟਿੰਗ ਹੁੰਦੀ ਕਦੋਂ ਹੈਗੀ? ਸਪਲਿਟਿੰਗ ਹੁੰਦੀ ਹੈ ਜਿਵੇਂ ਸਾਨੂੰ ਪਤਾ ਹੈ ਕਿ ਜਿਹੜੇ ਅਸੀਂ ਮੈਟਲ ਕੰਪਲੈਕਸਿਸ ਦੀ ਸਟੱਡੀ ਕਰ ਰਹੇ ਹਾਂ, ਟ੍ਰਾਂਜੀਸ਼ਨ ਮੈਟਲ ਕੰਪਲੈਕਸਿਸ ਦੀ, ਐਂਡ ਟ੍ਰਾਂਜੀਸ਼ਨ ਮੈਟਲ ਕੰਪਲੈਕਸਿਸ ਦੇ ਵਿੱਚ ਕਿਹੜੀਆਂ ਟ੍ਰਾਂਜੀਸ਼ਨਸ ਹੁੰਦੀਆਂ ਨੇ? ਡੀ ਟ੍ਰਾਂਜੀਸ਼ਨਸ ਹੁੰਦੀਆਂ ਨੇ. ਸੋ ਜਦੋਂ ਡੀ ਟ੍ਰਾਂਜੀਸ਼ਨਸ ਹੁੰਦੀਆਂ ਨੇ, ਡੀ ਟ੍ਰਾਂਜੀਸ਼ਨ ਦਾ ਮਤਲਬ ਹੈ ਕਿ ਜਿਹੜੇ ਇਲੈਕਟ੍ਰੋਨਸ ਨੇ ਦੇ ਵਿਲ ਐਕਸਾਈਟ ਫਰੋਮ ਦਾ ਗਰਾਊਂਡ ਸਟੇਟ એનર્ਜੀ ਲੈਵਲ ਟੂ ਦਾ ਐਕਸਾਈਟਡ ਸਟੇਟ એનર્ਜੀ ਲੈਵਲ. ਠੀਕ ਹੈ. ਸੋ ਇਹਦੇ ਵਿੱਚ ਜਿਵੇਂ ਆਪਾਂ ਨੇ ਪਿੱਛੇ ਪੜ੍ਹਿਆ ਹੈ ਕਿ ਸਿਰਫ ਉਹੀ ਪਾਰਟੀਕਲ ਜਿਹੜੇ ਹੈਗੇ ਹੈ ਦੇ ਵਿਲ ਐਬਜ਼ੋਰਬ, ਉਹੀ ਆਇਨਸ ਜਿਹੜੇ ਹੈਗੇ ਫ੍ਰੀ ਆਇਨਸ ਵਿਲ ਐਬਜ਼ੋਰਬ ਦਾ એનર્ਜੀ ਇਫ ਦੇ ਫੋਲੋ ਦਾ ਸਿਲੈਕਸ਼ਨ ਰੂਲ. ਜਿਵੇਂ ਆਪਾਂ ਸਪਿਨ ਸਿਲੈਕਸ਼ਨ ਰੂਲ, ਅਲਾਪੋਰਟੇ ਸਿਲੈਕਸ਼ਨ ਰੂਲਸ ਨੂੰ ਅਸੀਂ ਸਟੱਡੀ ਕੀਤਾ ਸੀਗਾ ਇਨ ਪ੍ਰੀਵੀਅਸ ਵੀਡੀਓਜ਼ ਦੇ ਵਿੱਚ. ਸੋ ਹੇਅਰ ਵੀ ਵਿਲ ਡਿਸਕਸ ਦਾ ਸਪਲਿਟਿੰਗ ਆਫ ਡੀ ਟਰਮਸ ਔਰਬਿਟਲਸ. ਠੀਕ ਹੈ. ਜਿੰਨੇ ਵੀ ਡੀ ਟਰਮਸ ਔਰਬਿਟਲਸ ਹੋਣਗੇ, ਪੀ ਟਰਮਸ ਔਰਬਿਟਲਸ ਹੋਣਗੇ ਔਰ ਐਸ ਟਰਮ ਔਰਬਿਟਲਸ ਨੇ, ਆਪਾਂ ਨੇ ਫਾਈਂਡ ਆਊਟ ਕਰਨੇ ਹੈ ਕਿ ਸਪਲਿਟਿੰਗ ਕਿਸ ਵੇ ਦੇ ਵਿੱਚ ਜਿਹੜੀ ਹੈਗੀ ਉਹ ਐਗਜ਼ਿਸਟ ਕਰਦੀ ਹੈ. ਸੋ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਮੈਟਲ ਆਇਨ ਹੈਗਾ, ਮੈਟਲ ਆਇਨ ਦੀ ਅਗਰ ਆਪਾਂ ਗੱਲ ਕਰੀਏ, ਅਗਰ ਅਸੀਂ ਫਸਟ ਸਪਲਿਟਿੰਗ ਦੀ ਗੱਲ ਕਰਦੇ ਹਾਂ, ਸੋ ਜਿਹੜੇ ਡੀ ਔਰਬਿਟਲਸ ਹੁੰਦੇ ਨੇ, ਦੀਜ਼ ਆਰ ਦਾ 5 ਡੀ ਔਰਬਿਟਲਸ. ਜਿਹੜੇ ਡੀ ਔਰਬਿਟਲਸ ਨੇ, ਆਪਾਂ ਨੇ ਇਹਦੀ ਸਪਲਿਟਿੰਗ ਜਿਹੜੀ ਹੈਗੀ ਆ ਉਹ ਸਟੱਡੀ ਕਰਨੀ ਹੈ ਔਨ ਦੀ ਬੇਸਿਸ ਆਫ ਵੀਕ ਲਿਗੈਂਡ. ਠੀਕ ਹੈ, ਵੀਕ ਫੀਲਡ ਲਿਗੈਂਡ ਔਰ ਔਨ ਦੀ ਬੇਸਿਸ ਆਫ ਸਟਰੋਂਗ ਫੀਲਡ ਲਿਗੈਂਡ. ਸੋ ਆਪਾਂ ਸਪਲਿਟਿੰਗ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਇੱਕ ਡਿਸਕਸ ਕਰ ਲੈਂਦੇ ਹਾਂ ਥੋੜ੍ਹੀ ਜਿਹੀਆਂ ਟਰਮਸ ਗਿਆ ਵਿਚ ਆਰ ਵੈਰੀ ਇੰਪੋਰਟੈਂਟ ਕੀ ਹੈਗਾ, ਅਗਰ ਕਹਿੰਦੇ ਕਿਸੇ ਵੀ ਮੈਟਲ ਆਇਨ ਦੇ ਨਾਲ ਸਟਰੋਂਗ ਲਿਗੈਂਡ ਅਟੈਚ ਹੋਏਗਾ. ਸੋ ਜਿਹੜੀ ਉਹਦੇ ਆਕਟਾਹੈਡਰਲ ਕੰਪਲੈਕਸਿਸ ਦੀ ਗੱਲ ਕਰ ਰਹੇ ਹਾਂ, ਜਦੋਂ ਵੀ ਆਪਾਂ ਸਟਰੋਂਗ ਲਿਗੈਂਡ ਜਿਹੜਾ ਅਟੈਚ ਕਰਾਂਗੇ ਮੈਟਲ ਆਇਨ ਦੇ ਨਾਲ, ਦੈਨ ਜਿਹੜੀ ਸਪਲਿਟਿੰਗ ਹੋਏਗੀ ਉਸ ਆਕਟਾਹੈਡਰਲ ਕੰਪਲੈਕਸ ਦੀ, ਡੈਲਟਾ ਇਜ਼ ਵਾਟ? ਇਟ ਇਜ਼ ਦਾ ਡਿਸਟੈਂਸ ਬਿਟਵੀਨ ਦਾ ਐਕਸਾਈਟਡ ਸਟੇਟ એનર્ਜੀ ਲੈਵਲ ਔਰ ਦਾ ਗਰਾਊਂਡ ਸਟੇਟ એનર્ਜੀ ਲੈਵਲ. ਸੋ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਗਾ, ਮਤਲਬ ਜਦੋਂ ਸਪਲਿਟਿੰਗ ਹੋਏਗੀ ਉਸ ਕੰਪਲੈਕਸ ਦੀ, ਦੈਨ ਸਪਲਿਟਿੰਗ ਵਿਲ ਬੀ ਮੈਕਸੀਮਮ. ਐਂਡ ਸੇਮ ਐਜ਼ ਕਿ ਜਦੋਂ ਉਸ ਆਕਟਾਹੈਡਰਲ ਕੰਪਲੈਕਸ ਦੇ ਵਿੱਚ ਵੀਕ ਲਿਗੈਂਡ ਅਟੈਚ ਹੋਏਗਾ ਸੈਂਟਰ ਮੈਟਲ ਆਇਨ ਦੇ ਨਾਲ, ਦੈਨ ਉਸ ਟਾਈਮ ਜਿਹੜੀ ਸਪਲਿਟਿੰਗ ਹੋਏਗੀ ਦੈਟ ਵਿਲ ਬੀ ਮਿਨੀਮਮ ਹੋਏਗੀ. ਸੇਮ ਜਿਵੇਂ ਆਪਾਂ ਆਕਟਾਹੈਡਰਲ ਦੇ ਵਿੱਚ ਪੜ੍ਹਨਾ ਹੈ ਉਵੇਂ ਆਪਾਂ ਟੈਟਰਾਹੈਡਰਲ ਦੇ ਵਿੱਚ ਸਟੱਡੀ ਕਰਨਾ ਹੈ ਕਿ ਜਦੋਂ ਵੀਕ ਫੀਲਡ ਅਟੈਚ ਹੋਏਗਾ ਦੈਨ ਕਿਸ ਟਾਈਪ ਦੀ ਸਪਲਿਟਿੰਗ ਹੋਏਗੀ, ਅਗਰ ਸਟਰੋਂਗ ਅਟੈਚ ਹੋਏਗਾ ਤਾਂ ਕਿਸ ਟਾਈਪ ਦੀ ਸਪਲਿਟਿੰਗ ਹੋਏਗੀ. ਠੀਕ ਹੈ. ਸੋ ਫਸਟਲੀ ਆਪਾਂ ਸਿੰਪਲ ਹੈਗਾ ਕਿ ਸਟਰੋਂਗ ਲਿਗੈਂਡ ਜਦੋਂ ਵੀ ਅਟੈਚ ਹੋਣਗੇ ਦੈਨ ਸਪਲਿਟਿੰਗ ਜਿਹੜੀ ਹੈਗੀ ਮੈਕਸੀਮਮ ਹੋਏਗੀ. ਜਦੋਂ ਵੀਕ ਫੀਲਡ ਲਿਗੈਂਡ ਅਟੈਚ ਹੋਏਗਾ ਤਾਂ ਸਪਲਿਟਿੰਗ ਜਿਹੜੀ ਹੈਗੀ ਉਹ ਮਿਨੀਮਮ ਹੋਏਗੀ. ਠੀਕ ਹੈ. ਸੋ ਸਪਲਿਟਿੰਗ ਦਾ ਬੇਸਿਕਲੀ ਕੇਸ ਕੀ ਹੈਗਾ ਕਿ ਜਦੋਂ ਵੀ ਜਿਹੜੇ ਮੈਟਲ ਆਇਨਸ ਦੇ orbitals ਨੇ, when they come in contact with the ligands, ਇਲੈਕਟ੍ਰੋਨਸ, ਲਿਗੈਂਡਸ ਦੇ ਵੀ ਇਲੈਕਟ੍ਰੋਨਸ ਹੋਣਗੇ ਔਰ ਸੇਮ ਐਜ਼ ਸਾਡੇ ਮੈਟਲ ਆਇਨ ਦੇ ਵੀ ਇਲੈਕਟ੍ਰੋਨ ਹੋਣਗੇ. ਜਦੋਂ ਦੋਨੋਂ ਆਪਸ ਦੇ ਵਿੱਚ ਇੰਟਰੈਕਸ਼ਨ ਦੇ ਵਿੱਚ ਆਉਂਦੇ ਹੈ ਤੇ ਜਿਹੜੇ ਮੈਟਲ ਆਇਨ ਦੇ ਔਰਬਿਟਲਸ ਨੇ, ਡੀ ਔਰਬਿਟਲ, ਜਿਹੜੇ ਕਿ ਸਟਾਰਟਿੰਗ ਦੇ ਵਿੱਚ ਡੀਜਨਰੇਟ ਔਰਬਿਟਲ ਨੇ. ਡੀਜਨਰੇਟ ਔਰਬਿਟ ਦਾ ਮਤਲਬ ਹੁੰਦਾ ਹੈ ਕਿ ਸੇਮ એનર્ਜੀ ਕੈਰਿੰਗ ਬਾਈ ਦਾ ਇਲੈਕਟ੍ਰੋਨਸ ਇਨ ਦਾ ਡੀ ਔਰਬਿਟਲ. ਇਹ ਸਾਰੇ ਇਲੈਕਟ੍ਰੋਨ ਦੀ ਸੇਮ એનર્ਜੀ ਹੈ, ਡੀਜਨਰੇਸੀ ਸੇਮ ਹੈ, ਬਟ ਵੈਨ ਦੇ ਕਮ ਇਨ ਕੰਟੈਕਟ ਵਿਦ ਦਾ ਲਿਗੈਂਡ, ਜਦੋਂ ਵੀ ਲਿਗੈਂਡਸ ਨੂੰ ਅਪਰੋਚ ਕਰਦੇ ਆ ਦੈਨ ਡੀਜਨਰੇਸੀ ਜਿਹੜੀ ਹੁੰਦੀ ਹੈ ਉਸ ਮੈਟਲ ਆਇਨ ਦੀ ਉਹ ਕੀ ਹੋ ਜਾਂਦੀ ਹੈ? ਚੇਂਜ ਹੋ ਜਾਂਦੀ ਹੈ. ਸੋ ਉਹ ਜਿਹੜੇ ਡੀ ਔਰਬਿਟਲਸ ਹੁੰਦੇ ਨੇ ਦੇ ਸਪਲਿਟ ਇਨਟੂ ਦਾ 2
ਸਟੇਟਸ ਦੋ ਮਤਲਬ ਕਿ ਸਪਿਨ ਔਰਬਿਟਲਸ ਦੇ ਦੋ ਸਟੇਟਸ ਦੇ ਵਿੱਚ ਜਿਹੜੇ ਹੈਗੇ ਉਹ ਕਨਵਰਟ ਹੋ ਜਾਂਦੇ ਹੈ ਤੇ ਸਪਲਿਟ ਹੋ ਜਾਂਦੇ ਨੇ ਦੋ ਲੈਵਲਸ ਦੇ ਵਿੱਚ, ਠੀਕ ਹੈ। ਸੋ ਫਸਟ ਆਫ ਆਲ ਆਪਾਂ ਆਕਟਾਹੈਡਰਲ ਕੰਪਲੈਕਸ ਦੇ ਵਿੱਚ ਗੱਲ ਕਰਦੇ ਹਾਂ ਕਿ ਅਗਰ ਇਹ ਕਿਸੇ ਵੀ ਆਕਟਾਹੈਡਰਲ ਕੋਈ ਵੀ ਕੰਪਲੈਕਸ ਗਾ ਇਹ ਇੱਕ ਸਟਰੋਂਗ ਫੀਲਡ ਲਿਗੈਂਡ ਦੇ ਨਾਲ ਅਟੈਚ ਹੈ। ਸਟਰੋਂਗ ਫੀਲਡ ਕਿਹੜਾ ਹੈਗਾ? ਸਾਇਨਾਈਡ ਆਪਾਂ ਨੇ ਲਿਗੈਂਡ ਲੈ ਲਿਆ ਤੇ ਸਾਇਨਾਈਡ ਨੂੰ ਅਗਰ ਆਪਾਂ ਦੇਖੀਏ ਦੈਨ ਇਟ ਇਜ਼ ਸਟਰੋਂਗ ਫੀਲਡ ਲਿਗੈਂਡ। ਤੇ ਸਟਰੋਂਗ ਫੀਲਡ ਲਿਗੈਂਡ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਕਿ ਜਦੋਂ ਵੀ ਸਟਰੋਂਗ ਫੀਲਡ ਦੇ ਨਾਲ ਅਟੈਚ ਹੋਏਗਾ ਦੈਨ ਸਪਲਿਟਿੰਗ ਵਿਲ ਬੀ ਮੈਕਸਿਮਮ, ਠੀਕ ਹੈ। ਸੋ ਆਪਾਂ ਕੰਸੀਡਰ ਕਰ ਲੈਂਦੇ ਜਿਵੇਂ ਸਾਡੇ ਕੋਲ ਕੋਈ ਆਇਰਨ ਦਾ ਮੈਟਲ ਸੀਗਾ, ਆਇਰਨ ਦਾ ਕੰਪਲੈਕਸ ਬਣ ਲਿਆ, ਜਿਵੇਂ ਸਾਡੇ ਕੋਲ ਹੁੰਦਾ ਹੈ ਆਇਰਨ CN6 ਕੰਪਲੈਕਸ ਆਕਟਾਹੈਡਰਲ ਦੀ ਅਗਰ ਆਪਾਂ ਗੱਲ ਕਰਦੇ ਤਾਂ ਆਪਾਂ ਕੋਈ ਐਗਜ਼ਾਮਪਲ ਲੈ ਸਕਦੇ ਹਾਂ। ਸੋ ਆਪਾਂ ਲੈ ਲੈਂਦੇ ਹਾਂ ਕਿ ਸਾਡੇ ਕੋਲ ਮੈਟਲ ਜਿਹੜੀ ਹੈਗੀ Fe3 ਪੋਜ਼ਿਟਿਵ 3 ਪੋਜ਼ਿਟਿਵ ਦਾ ਆਕਸੀਡੇਸ਼ਨ ਨੰਬਰ ਹੈ। ਸੋ ਉਹਦੇ ਅਕੋਰਡਿੰਗ ਜਿਹੜੀ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਰਹੀ ਹੈ ਉਹ D5 ਆ ਜਾਏਗੀ। ਵੈਸੇ 26 ਹੁੰਦਾ ਹੈ ਆਇਰਨ ਦਾ ਐਟੋਮਿਕ ਨੰਬਰ, ਸੋ D8 ਕਨਫੀਗਰੇਸ਼ਨ ਹੁੰਦੀ ਹੈ, ਠੀਕ ਹੈ। ਬਟ 3 ਪੋਜ਼ਿਟਿਵ ਦੇ ਨਾਲ ਕੀ ਹੋਏਗਾ, 3 ਇਲੈਕਟ੍ਰੋਨ ਜਿਹੜੇ ਹੈਗੇ ਉਹ ਕੀ ਹੋ ਜਾਣਗੇ, ਲੈਸ ਹੋ ਜਾਣਗੇ। ਇਹਦੇ 'ਚ D5 ਕਨਫੀਗਰੇਸ਼ਨ रहेगी। ਪਹਿਲਾਂ ਅਸੀਂ D5 ਨੂੰ ਫਿਲ ਕਰਾਂਗੇ 1 2 3 4 5 ਇਟ ਮੀਨਸ 5 ਇਲੈਕਟ੍ਰੋਨ ਜਿਹੜੇ ਹੈਗੇ ਹੈ ਇਟ ਆਕੂਪਾਈ देयर ਪੋਜੀਸ਼ਨ ਇਨ ਦਾ D orbital। D orbital ਦੇ ਵਿੱਚ ਆਕੂਪਾਈ ਕਰ ਲਿਆ, ਬਟ ਜਿਹੜੇ D orbitals ਨੇ these all D orbital all spin electrons they have the same degeneracy degenerate level ਅਸੀਂ ਇਹਨੂੰ ਕੰਸੀਡਰ ਕਰਦੇ ਹਾਂ। ਸੋ ਦੇ D orbitals ਨੇ DXY DYZ DZX ਤੇ DX square minus Y square and the last one is for the DZ square ऑर्बिटल्स ਦੇ ਲਈ ਸਟੈਂਡ ਕਰਦਾ ਹੈ। ਜਦੋਂ ਵੀ ਉਹ ऑर्बिटल ਸਪਲਿਟ ਅਪ ਹੋਣਗੇ ਸਾਨੂੰ ਪਤਾ ਹੈ ਸਟਰੋਂਗ ਫੀਲਡ ਨਾਲ ਅਟੈਚ ਹੈਗਾ, ਤੋਂ ਇਹ ਜਿਹੜੇ 5D ऑर्बिटल्स ਨੇ 5D ऑर्बिटल ਜਦੋਂ ਸਪਲਿਟ ਹੁੰਦੇ ਨੇ ਤੇ ਤਿੰਨ ਜਿਹੜੇ ਲੈਵਲਸ ਨੇ ਉਹ ਸੇਮ એનર્ਜੀ ਦੇ ਹੁੰਦੇ, ਜਿਹੜੇ ਦੋ ਲੈਵਲਸ ਹੁੰਦੇ ਨੇ ਉਹ ਸੇਮ એનર્ਜੀ ਦੇ ਹੁੰਦੇ ਆ। ਜਿਹੜੇ ਤਿੰਨ ਸਪਲਿਟ ਹੁੰਦੇ ਆ that 3 levels are denoted by the T2G orbital and the 2 orbitals are denoted by the EG orbitals। ਸੋ 5 ਇਲੈਕਟ੍ਰੋਨਸ ਨੇ, ਠੀਕ ਹੈ। 5 ਇਲੈਕਟ੍ਰੋਨ ਜਦੋਂ ਸਪਲਿਟ ਅਪ ਹੋਣ ਮਤਲਬ D orbital ਜਦੋਂ ਸਪਲਿਟ ਅਪ ਹੋਏਗਾ ਸੋ ਸਾਨੂੰ ਪਤਾ ਹੈ ਕਿ ਮੈਕਸਿਮਮ ਸਪਲਿਟਿੰਗ ਹੋਏਗੀ। ਮੈਕਸਿਮਮ ਸਪਲਿਟਿੰਗ ਦਾ ਮਤਲਬ ਕੀ ਹੈਗਾ ਕਿ ਮੈਕਸਿਮਮ ਸਪਲਿਟਿੰਗ ਦੇ ਵਿੱਚ ਕੀ ਹੈਗਾ ਕਿ ਇਹਨਾਂ ਦਾ ਜਿਹੜਾ ਡਿਫਰੈਂਸ ਹੋਏਗਾ ਗਰਾਊਂਡ ਸਟੇਟ એનર્ਜੀ ਲੈਵਲ ਦਾ ਔਰ ਐਕਸਾਈਟਡ ਸਟੇਟ એનર્ਜੀ ਲੈਵਲ ਦਾ ਉਹ ਬਹੁਤ ਹੀ ਜ਼ਿਆਦਾ ਮੈਕਸਿਮਮ ਹੋਏਗਾ। ਸੋ ਜਦੋਂ ਆਪਾਂ ਨੇ 5 ਇਲੈਕਟ੍ਰੋਨ ਨੂੰ ਫਿਲ ਕਰਨਾ ਹੈ 1 2 3 4 5 ਆਪਾਂ 4 5 ਆਪਾਂ ਪਹਿਲਾਂ ਕੀ ਕਹਿੰਦੇ ਸੀ, ਪਹਿਲਾਂ ਸਿੰਗਲਟ ਆਪਾਂ ਨੇ ਫਿਲ ਕਰਨੇ ਆ, ਉਸ ਤੋਂ ਬਾਅਦ ਅਗਰ 5 ਤੋਂ ਮੈਕਸਿਮਮ ਹੋ ਜਾਂਦੇ ਦੈਨ ਵੀ ਵਿਲ ਅਰੇਂਜ ਦਾ ਇਲੈਕਟ੍ਰੋਨ ਇਨ ਦਾ ਗਰਾਊਂਡ ਸਟੇਟ એનર્ਜੀ ਲੈਵਲ। ਬਟ ਇੱਥੇ ਜਿਹੜੀ ਸਪਲਿਟਿੰਗ ਹੈਗੀ ਉਹ ਮੈਕਸਿਮਮ ਹੈ। ਮੈਕਸਿਮਮ ਸਪਲਿਟਿੰਗ ਦੇ ਵਿੱਚ ਕੀ ਹੋਏਗਾ, એનર્ਜੀ ਡਿਫਰੈਂਸ ਜਿਹੜਾ ਉਹ ਵੱਧ ਜਾਏਗਾ। ਸੋ ਜਿਹੜੇ ਇਲੈਕਟ੍ਰੋਨਸ ਨੇ ਇਲੈਕਟ੍ਰੋਨ ਜਿਹੜੇ ਹੈਗੇ ਹੈ ਉਹ A orbital ਦੇ ਵਿੱਚ ਜਾਣ ਦੀ ਬਜਾਏ ਦੇ ਵਿਲ ਪੇਅਰ ਅਪ in the ground state energy level which is T2G energy level। so 1 2 3 4 5 6 electrons 5 electrons ਜਿਹੜੇ ਹੈਗੇ 1 2 3 4 5 ਜਿਹੜੇ electrons ਨੇ they will pair up with this lower energy level। so ਸਾਡੇ ਕੋਲ ਇੱਕ ਜਿਹੜਾ ਹੈਗਾ ਉਹ unpaired electron ਬਚ ਗਿਆ। it means ਜਦੋਂ strong ligands ਅਸੀਂ attach ਕਰਾਂਗੇ then maximum splitting will occur। so the next one is if we consider the weak ligands, suppose we consider the bromine ਆਪਾਂ ਨੇ ਕੰਸੀਡਰ ਕਰ ਲਿਆ। ਸੋ ਦੀਜ਼ ਆਰ ਦਾ ਵੀਕ ਫੀਲਡ ਲਿਗੈਂਡ। ਇਹ ਮੈਂ 1 2 3 ਸੀਰੀਜ਼ ਦੇ ਵਿੱਚ ਲਿਖਿਆ ਤਾਂ ਮਤਲਬ ਇਹ ਨਹੀਂ ਕਿ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ, ਇਹ ਪੂਰੀ ਲਾਈਨ ਅਪ ਦੇ ਵਿੱਚ ਚੱਲ ਰਹੀ ਹੈ। ਇਸ ਤੋਂ ਅੱਗੇ ਸਾਰੇ ਲਿਗੈਂਡਸ ਆਣਗੇ ਬਟ ਮੈਂ ਇਹਨਾਂ ਨੂੰ 1 2 3 ਲਾਈਨਸ ਦੇ ਵਿੱਚ ਅਰੇਂਜ ਕਰਤਾ ਹੈ, ਠੀਕ ਹੈ। ਜਦੋਂ ਆਪਾਂ ਵੀਕ ਫੀਲਡ ਲਿਗੈਂਡ ਅਟੈਚ ਕਰਾਂਗੇ ਸੋ ਵੀਕ ਫੀਲਡ ਲਿਗੈਂਡ ਦੇ ਵਿੱਚ ਕੀ ਹੋਏਗਾ, ਸੇਮ ਐਜ਼ ਅਸੀਂ ਆਇਰਨ ਹੀ ਮੈਟਲ ਕੰਸੀਡਰ ਕੀਤੀ ਹੈ ਬਟ ਅਸੀਂ ਲਿਗੈਂਡ ਦਾ ਇਫੈਕਟ ਦੇਖ ਲੈਂਦੇ ਕਿ ਕੀ ਹੁੰਦਾ ਹੈ ਕਿ ਅਗਰ ਵੀਕ ਫੀਲਡ ਲਿਗੈਂਡ ਲੈਂਦੇ ਹੈ ਜਾਂ ਫਿਰ ਸਟਰੋਂਗ ਫੀਲਡ ਲਿਗੈਂਡ ਲੈਂਦੇ ਤਾਂ ਵਟ ਕਾਈਂਡ ਆਫ ਸਪਲਿਟਿੰਗ ਵਿਲ ਅਕਰ, ਮੈਕਸਿਮਮ ਔਰ ਮਿਨੀਮਮ। ਸੋ 5 orbitals ਨੇ, these are the degenerate orbital। after they approach to the ligand then the degeneracy will be changed, degeneracy change ਹੋ ਜਾਏਗੀ। ਸੋ ਜਿਹੜੇ ਇਲੈਕਟ੍ਰੋਨਸ ਨੇ ਜਦੋਂ ਆਪਾਂ ਫਿਲ ਕਰਨਾ ਹੈ ਸਾਨੂੰ ਪਤਾ ਹੈ ਕਿ ਜਿਹੜੇ 5 ਇਲੈਕਟ੍ਰੋਨ ਜਦੋਂ ਸਪਲਿਟ ਹੋਏ ਆ D orbital ਦੇ, ਜਦੋਂ ਆਪਾਂ ਨੇ ਇਹਦਾ ਫਿਲ ਅਪ ਕਰਨਾ ਹੈ ਉਹ 3 orbital T2G ਦੇ ਤੇ 2 orbital EG ਦੇ। ਸੋ ਆਪਾਂ ਨੇ ਇਲੈਕਟ੍ਰੋਨ ਜਦੋਂ ਫਿਲ ਕਰਨੇ ਆ ਸਾਨੂੰ ਪਤਾ ਹੈ ਜਦੋਂ ਆਪਾਂ ਇੱਕ ਵੀਕ ਲਿਗੈਂਡ ਅਟੈਚ ਕਰਾਂਗੇ then splitting will be less। splitting ਦਾ ਲੈਸ ਦਾ ਮਤਲਬ ਕੀ ਹੈ, ਜਿਹੜਾ એનર્ਜੀ ਡਿਫਰੈਂਸ ਹੈ ਬਿਟਵੀਨ ਦਾ ਗਰਾਊਂਡ ਸਟੇਟ ਐਂਡ ਦਾ ਐਕਸਾਈਟਡ ਸਟੇਟ એનર્ਜੀ ਲੈਵਲ ਇਟ ਇਜ਼ ਵੈਰੀ ਲੈਸ ਹੋਏਗਾ। ਇਟ ਮੀਨਸ ਜਿਹੜੇ ਇਲੈਕਟ੍ਰੋਨਸ ਹੋਣਗੇ ਦੇ ਕੈਨ ਗੋ ਟੂ ਦਾ ਅਪਰ ਐਕਸਾਈਟਡ એનર્ਜੀ ਲੈਵਲ। ਸੋ 1 2 3 then 4 and 5 ਇਲੈਕਟ੍ਰੋਨ ਜਿਹੜੇ ਹੈਗੇ ਹੈ ਇਲੈਕਟ੍ਰੋਨ ਵਿਲ ਬੀ ਫਿਲ ਲਾਈਕ ਦਿਸ ਫੋਰ ਦਾ ਵੀਕ ਫੀਲਡ ਲਿਗੈਂਡ। ਇਸ ਤਰੀਕੇ ਦੇ ਨਾਲ ਆਪਾਂ ਨੇ ਫਿਲ ਕਰਨੇ ਆ। ਸੋ ਮੋਸਟ ਪ੍ਰੋਬੇਬਲੀ ਜਿਹੜੇ ਲਿਗੈਂਡਸ ਯੂਜ਼ ਹੁੰਦੇ ਨੇ, ਕਾਮਨਲੀ ਜਿਹੜੇ ਯੂਜ਼ ਹੁੰਦੇ ਨੇ I made series
for these important ligands for using the complexes ਜਿਵੇਂ iodine, bromine, chlorine, fluorine, boron, ammonia, cyanide and carbon monoxide ਇਹ strong field ligand ਹੈ, weak field ligand ਹੈ, almost ਮਤਲਬ ਕਿ ਜਿਹੜੀ ਮੈਕਸਿਮਮ ਇਹੀ ligands ਜਿਹੜੇ ਹੈਗੇ ਮੈਟਲ ਕੰਪਲੈਕਸ ਦੇ ਵਿੱਚ ਯੂਜ਼ ਹੁੰਦੇ ਆ। ਸੋ ਪੂਰੀ ਸੀਰੀਜ਼ ਯਾਦ ਕਰਨ ਦੀ ਬਜਾਏ ਅਗਰ ਆਪਾਂ ਇਹ ਵੀ ਯਾਦ ਕਰ ਲਈਏ then it is sufficient, ਠੀਕ ਹੈ। ਸੋ next we will discuss ਕਿ how splitting will occur in the tetrahedral and the octahedral complexes, then what will be the energy difference value for the splitting of the orbitals.